ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ, ਜੁਗਾਉ ਜੁਗ ਅਟਲ ਚਬਰ ਤਖਤ ਦੇ ਮਾਲਕ, ਦੀਨ ਦੁਨੀਆ ਦੇ ਵਾਲੀ, ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਗਰੀਬ ਨਵਾਜ ਸ਼ਬਦ ਗੁਰੂ। ਦਸੋ ਪਾਤਸ਼ਾਹੀਆਂ ਦੀ ਜਗਦੀ ਜੋਤ, ਕਲਯੁਗ ਕੇ ਬੋਹਿਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ। ਆਓ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੀਏ, ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇ ਤੂੰ ਤਰੁਠਾ ਕਿਰਪਾ ਨਿਧਾਨ, ਨਾ ਦੂਜਾ ਦਖਾਲ। ਇਹਾ ਪਾਈ ਮੋ ਦਾਤੜੀ, ਨਿਤ ਹਿਰਦੇ ਰਖਾਂ ਸੰਭਾਲ। ਸਤਨਾਮ ਸ੍ਰੀ ਵਾਹਿਗੁਰੂ ਜੀ ਆਊ। ਰਾਗ ਗਉੜੀ ਗਵਾਰੇਰੀ, ਅਸ਼ਟਪਦੀ ਕਬੀਰ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੁਖ ਮੰਗਤ ਦੁਖ ਆਗੈ ਆਵੈ। ਸੋ ਸੁਖ ਹਮੋ ਨਾ ਮੰਗਿਆ ਪਾਵੈ। ਵਿਖਿਆ ਅਜਹੋਂ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਰਹਾਉ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ। ਅੱਜ ਦੇ ਪਾਵਨ ਪਵਿੱਤਰ ਸ਼ਬਦ, ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਪਵਿੱਤਰ ਵਿਚਾਰ ਨੂੰ ਪ੍ਰਾਰੰਭ ਕਰਨਾ ਹੈ, ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਪਾਵਨ ਪਵਿੱਤਰ ਮਖਾਰ ਬਿੰਦ ਤੋਂ ਉਚਾਰਨ ਹੋਏ ਇਹ ਅੰਮ੍ਰਿਤ ਬੋਲ ਅਸ਼ਟਪਦੀ ਦੇ ਰੂਪ ਵਿੱਚ ਰਾਗ ਗਉੜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 330 ਦੇ ਉੱਪਰ ਸਭਾਏਮਾਨ ਹੈ। ਸਭ ਤੋਂ ਪਹਿਲਾਂ ਸਤਿਗੁਰੂ ਨੇ ਕਿਰਪਾ ਕੀਤੀ। ਮੰਗਲਾਚਰਨ ਦੇ ਅੰਦਰ ਸਤਿਗੁਰੂ ਕਿਰਪਾ ਕਰ ਰਹੇ ਨੇ। ਇੱਕ ਓੰਕਾਰ, ਭਾਈ ਉਹ ਰੱਬ ਇੱਕ ਹੈ, ਉਹਦੀ ਹਸਤੀ ਇੱਕ ਹੈ। ਕੋਈ ਉਹ ਇੱਕ ਜਾਂ ਦੋ ਜਾਂ ਤਿੰਨ ਚਾਰ ਨਹੀਂ, ਭਾਵ ਕਿ ਗਿਣਤੀ ਨਹੀਂ ਉਹਨਾਂ ਦੀ ਕੋਈ। ਉਹ ਕੇਵਲ ਤੇ ਕੇਵਲ ਇੱਕ ਹੈ। ਔਰ ਉਸ ਦਾਤੇ ਨੂੰ ਮਿਲਣਾ ਹੋਵੇ
ਤਾਂ ਫਿਰ ਕਿਵੇਂ ਮਿਲਿਆ ਜਾ ਸਕਦਾ ਹੈ? ਉਸ ਦਾਤੇ ਨੂੰ ਪਾਉਣਾ ਹੋਵੇ ਤਾਂ ਕਿਵੇਂ ਪਾਇਆ ਜਾ ਸਕਦਾ ਹੈ? ਉਹਦੀ ਬਖਸ਼ਿਸ਼ ਲੈਣੀ ਹੋਵੇ, ਉਹਦੀ ਕਿਰਪਾ ਨਦਰੇ ਕਰਮ ਲੈਣੀ ਹੋਵੇ, ਤੇ ਫਿਰ ਉਹਦੇ ਵਾਸਤੇ ਕਿਹੜਾ ਤਰੀਕਾ ਹੈ? ਤਾਂ ਅੱਗੇ ਸਤਿਗੁਰੂ ਕਹਿਣ ਲੱਗੇ, ਸਤਿਗੁਰ ਸੱਚਾ ਗੁਰੂ ਪ੍ਰਸਾਦ ਕਿਰਪਾ। ਭਾਈ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ, ਸੱਚੇ ਗੁਰੂ ਦੇ ਲੜ ਲੱਗੀਏ, ਸੱਚਾ ਗੁਰੂ ਕਿਰਪਾ ਕਰ ਦੇਵੇ, ਤਰੁੱਠ ਜਾਵੇ, ਤੇ ਤਾਂ ਫਿਰ ਉਸ ਅਕਾਲ ਪੁਰਖ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਤੇ ਜਦੋਂ ਉਸ ਦਾਤੇ ਨਾਲ ਮਿਲਾਪ ਹੁੰਦਾ ਹੈ ਤੇ ਫਿਰ ਆਹ ਜਿਹੜੇ ਦੁਨਿਆਵੀ ਸੁੱਖ ਹੈ ਇਹ ਚੰਗੇ ਨਹੀਂ ਲੱਗਦੇ। ਫਿਰ ਇੱਕ ਸੁੱਖ ਪੈਦਾ ਹੁੰਦਾ ਹੈ ਜਿਸ ਨੂੰ ਅਬਿਨਾਸੀ ਸੁੱਖ ਕਿਹਾ ਜਾਂਦਾ ਹੈ। ਉਹ ਸੁੱਖ ਹੈ ਕਿਹੜਾ? ਉਹ ਹੈ ਆਤਮਿਕ ਸੁੱਖ, ਆਤਮਾ ਦਾ ਸੁੱਖ। ਤੇ ਜਦੋਂ ਆਤਮਿਕ ਸੁੱਖ ਮਿਲ ਜਾਵੇ ਉਦੋਂ ਫਿਰ ਉੱਥੇ ਆ ਦੁਨਿਆਵੀ ਸੁੱਖਾਂ ਦੀ ਕੋਈ ਵੀ ਲੋੜ ਨਹੀਂ ਰਹਿ ਜਾਂਦੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਇਸੇ ਗੱਲ ਨੂੰ ਅੱਗੇ ਤੋਰਿਆ। ਕਹਿਣ ਲੱਗੇ, ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਭਾਵੇ। ਵੇਖੋ, ਇਹ ਬੜੀ ਠੋਸ ਗੱਲ ਹੈ ਕਿ ਸੁੱਖ ਕਦੇ ਇਕੱਲਾ ਨਹੀਂ ਆਉਂਦਾ। ਜੇ ਸੁੱਖ ਮੰਗਦੇ ਹੋ ਤੇ ਸੁੱਖ ਇਕੱਲਾ ਕਦੇ ਨਹੀਂ ਆਵੇਗਾ। ਸੁੱਖ ਦੁੱਖ ਨਾਲ ਲੈ ਕੇ ਆਉਂਦਾ ਹੈ, ਤੇ ਜੇ ਦੁੱਖ ਆ ਗਿਆ ਤੇ ਦੁੱਖ ਵੀ ਸੁੱਖ ਨਾਲ ਲੈ ਕੇ ਆਵੇਗਾ। ਭਾਵ ਕਿ ਸੁੱਖ ਦੁੱਖ ਇਹ ਦੋਏ ਕੱਪੜੇ ਪਹਿਰੇ ਜਾਏ ਮਨੁੱਖ, ਤੇ ਇਹ ਦੁੱਖ ਤੇ ਸੁੱਖ ਇਹ ਨਾਲ ਨਾਲ ਹੀ ਚੱਲਣਗੇ, ਕਦੇ ਇੱਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੇ। ਅੱਜ ਸੁੱਖ ਹੈ, ਉਸ ਸੁੱਖ ਨੇ ਦੁੱਖ ਦੇ ਵਿੱਚ ਤਬਦੀਲ ਹੋਣਾ ਹੀ ਹੋਣਾ ਹੈ। ਕਿੰਨੇ ਸਮੇਂ ਬਾਅਦ ਹੋ ਜਾਵੇ ਪਤਾ ਨਹੀਂ। ਦੁੱਖ ਆ ਗਿਆ, ਸਦੀਵ ਦੁੱਖ ਰਹਿਣਾ ਨਹੀਂ। ਇੱਕ ਦਿਨ ਉਹਨੇ ਸੁੱਖ ਵਿੱਚ ਤਬਦੀਲ ਹੋਣਾ ਹੈ, ਇੱਕ ਦਿਨ ਸੁੱਖ ਆਵੇਗਾ। ਹੁਣ ਭਗਤ ਸਾਹਿਬ ਜੀ ਕਹਿੰਦੇ, ਜਿਹੜੇ ਸੁੱਖ ਮੰਗਿਆ ਦੁੱਖ ਨਾਲ ਆਉਣਾ ਹੀ ਆਉਣਾ ਹੈ। ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੂ ਨਾ ਮੰਗਿਆ ਭਾਵੇ। ਕਹਿੰਦੇ ਭਾਈ ਮੈਨੂੰ ਉਸ ਸੁੱਖ ਦੇ ਮੰਗਣ ਦੀ ਲੋੜ ਹੀ ਨਹੀਂ। ਹੁਣ ਮੈਂ ਬੇਨਤੀ ਕੀਤੀ ਵੀ ਦੋ ਤਰ੍ਹਾਂ ਦੇ ਸੁੱਖ ਨੇ, ਇੱਕ ਬਾਹਰੀ ਸੁੱਖ ਹੈ, ਇੱਕ ਅੰਤਰੀਵ ਸੁੱਖ ਹੈ। ਇੱਕ ਦੁਨਿਆਵੀ ਸੁੱਖ ਹੈ, ਇੱਕ ਆਤਮਿਕ ਸੁੱਖ ਹੈ। ਹੁਣ ਭਗਤ ਸਾਹਿਬ ਜੀ ਕਹਿੰਦੇ ਵੀ ਮੈਨੂੰ ਨਹੀਂ ਐਸੀ ਲੋੜ, ਮੈਨੂੰ ਉਹ ਸੁੱਖ ਮੰਗਣ ਦੀ ਲੋੜ ਨਹੀਂ। ਜਿਸ ਸੁੱਖ ਮੰਗਿਆ ਦੁੱਖ ਨਾਲ ਆਵੇਗਾ ਹੀ ਆਵੇਗਾ। ਸੁੱਖ ਮੰਗਿਆ ਦੁੱਖ ਆਉਣਾ, ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਭਾਵੇ। ਭਾਈ ਮੈਂ ਉਸ ਸੁੱਖ ਦੇ ਮੰਗਣ ਦੀ ਮੈਨੂੰ ਬਿਲਕੁਲ ਵੀ ਲੋੜ ਨਹੀਂ, ਜਿਸ ਸੁੱਖ ਦੇ ਮੰਗਿਆ ਦੁੱਖ ਨਾਲ ਆਵੇਗਾ। ਇੱਥੇ ਹੁਣ ਗੱਲ ਹੈ ਦੁਨਿਆਵੀ ਸੁੱਖਾਂ ਦੀ। ਪਰ ਭਗਤ ਸਿੰਘ ਜੀ ਕਹਿਣ ਲੱਗੇ, ਮੈਂ ਤਾਂ ਮੰਗਦਾ ਹਾਂ, ਤੇ ਉਹ ਸੁੱਖ ਮੈਂ ਮੰਗਦਾ ਜਿਹੜਾ ਆਤਮਿਕ ਸੁੱਖ ਹੈ, ਜਿਹੜਾ ਇੱਕ ਵਾਰ ਸੁੱਖ ਆ ਗਿਆ ਮੁੜ ਕੇ ਉਹ ਦੁੱਖ ਵਿੱਚ ਤਬਦੀਲ ਨਹੀਂ ਹੋਵੇਗਾ। ਉਹ ਸੁੱਖ ਮੈਨੂੰ ਚਾਹੀਦਾ ਹੈ। ਤੇ ਜਿਹੜਾ ਭਾਈ ਦੁਨਿਆਵੀ ਸੁੱਖ ਆ ਨਾ, ਇਹਦੇ ਬਾਰੇ ਕਹਿਣ ਲੱਗੇ, ਵਿਖਿਆ ਅਜਹੋਂ ਸੁਰਤ ਸੁਖ ਆਸਾ, ਕੈਸੀ ਹੋਈ ਹੈ ਰਾਜਾ ਰਾਮ ਨਵਾਸਾ। ਕਹਿੰਦੇ ਵੇਖੋ, ਵਿਖਿਆ ਅਜਹੋਂ ਸੁਰਤ ਸੁਖ ਆਸਾ। ਕਹਿੰਦੇ ਅਜੇ ਤੱਕ ਵੀ ਸਾਡੀ ਜਿਹੜੀ ਸੁਰਤ ਆ ਨਾ ਦੁਨਿਆਵੀ ਲੋਕਾਂ ਦੀ, ਉਹਨਾਂ ਦੀ ਸੁਰਤ ਕਹਿੰਦੇ ਅਜੇ ਤੱਕ ਵੀ ਮਾਇਆ ਵਿੱਚ ਲੱਗੀ ਹੋਈ ਹੈ। ਭਾਵ ਕਿ ਇਸ ਮਾਇਆ ਤੋਂ ਹੀ ਸੁੱਖ ਭਾਲਣ ਦੀ ਕੋਸ਼ਿਸ਼ ਕਰ ਰਿਹਾ ਹਰ ਇੱਕ ਬੰਦਾ, ਕਿਉਂਕਿ ਦੁਨਿਆਵੀ ਸੁੱਖ ਜਿਹੜੇ ਆ ਮਾਇਆ ਕਰਕੇ ਹੀ ਆਉਣੇ ਨੇ, ਕੋਈ ਇਹਦੇ 'ਚ ਕੋਈ ਦੋ ਰਿਆ ਨਹੀਂ। ਪਰ ਭਗਤ ਸਾਹਿਬ ਜੀ ਕਹਿੰਦੇ ਕਿੱਡਾ ਵੱਡਾ ਭੁਲੇਖਾ ਹੈ। ਇੱਕ ਪਾਸੇ ਦੁਨਿਆਵੀ ਸੁੱਖ ਵੀ ਚਾਹੀਦੇ ਨੇ, ਦੂਸਰੇ ਪਾਸੇ ਇਹ ਸਾਡੀ ਖਵਾਇਸ਼ ਹੈ ਕਿ ਸਾਡੇ ਅੰਦਰ ਉਹ ਅਕਾਲ ਪੁਰਖ ਦਾਤਾ ਆਪ ਨਿਵਾਸ ਵੀ ਕਰ ਜਾਵੇ, ਉਹ ਵੀ ਮਿਲੇ। ਕਹਿੰਦੇ ਦੋਨੇ ਗੱਲਾਂ ਹੋ ਨਹੀਂ ਸਕਦੀਆਂ, ਕਿਉਂਕਿ ਅਜਹੂ ਸੁਰਤ ਸੁਖ ਆਸਾ।
ਵਿਖਿਆ ਅਜੂ ਸੁਰਤ ਸੁਖ ਆਸਾ। ਅਜੇ ਵੀ ਸਾਡੀ ਸੁਰਤ ਮਾਇਆ ਵਿੱਚ ਲੱਗੀ ਹੋਈ ਹੈ, ਭਾਵ ਕਿ ਇਸ ਦੁਨਿਆਵੀ ਮਾਇਆ ਤੋਂ ਹੀ ਸਾਰੇ ਸੁੱਖਾਂ ਦੀ ਅਸੀਂ ਆਸ ਲਾਈ ਬੈਠੇ ਹਾਂ ਕਿ ਭਾਈ ਧਨ ਕੋਲ ਹੋਵੇਗਾ, ਦੁਨਿਆਵੀ ਪੈਸਾ ਕੋਲੇ ਹੋਵੇਗਾ, ਸਾਰੇ ਸੁੱਖ ਮਿਲ ਜਾਣਗੇ। ਕਹਿੰਦੇ ਫਿਰ ਦੂਸਰੇ ਪਾਸੇ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਕਹਿੰਦੇ ਤਾਂ ਫਿਰ ਜੋਤ ਸਰੂਪ ਨਿਰੰਕਾਰ ਅਕਾਲ ਪੁਰਖ ਦਾਤਾ ਪਰਮੇਸ਼ਰ ਦਾ ਨਿਵਾਸ ਇਸ ਸੁਰਤ ਵਿੱਚ ਕਿਵੇਂ ਹੋ ਸਕੇ? ਕਿਉਂਕਿ ਜਿਹੜੀ ਸੁਰਤ ਉਹ ਤਾਂ ਪਹਿਲਾਂ ਮਾਇਆ ਵਿੱਚ ਜੁੜੀ ਹੋਈ ਹੈ। ਭਾਂਡਾ ਪਹਿਲਾਂ ਭਰਿਆ ਹੋਇਆ ਹੈ, ਭਰੇ ਹੋਏ ਭਾਂਡੇ ਦੇ ਅੰਦਰ ਦੂਸਰੀ ਵਸਤੂ ਕਦੇ ਪੈ ਨਹੀਂ ਸਕਦੀ। ਤੇ ਇਹ ਮਨ ਰੂਪੀ ਹਿਰਦੇ ਰੂਪੀ ਭਾਂਡਾ, ਸੁਰਤ ਰੂਪੀ ਭਾਂਡਾ, ਇਹ ਭਰਿਆ ਹੈ ਦੁਨਿਆਵੀ ਮਾਇਆ ਕਰਕੇ, ਮਾਇਆ ਦੇ ਰਾਹੀਂ ਦੁਨਿਆਵੀ ਸੁੱਖਾਂ ਕਰਕੇ। ਤੇ ਫਿਰ ਉਸ ਨਿਰੰਕਾਰ ਦਾ ਨਿਵਾਸ ਕਿੱਥੇ ਜੀ? ਕੈਸੇ ਹੋਈ ਹੈ, ਕਿਵੇਂ ਹੋਵੇਗਾ? ਰਾਜਾ ਰਾਮ, ਉਹ ਅਕਾਲ ਪੁਰਖ ਪਰਮਾਤਮਾ ਜੋ ਹਰ ਥਾਂ ਤੇ ਰਮਿਆ ਹੋਇਆ ਨਿਵਾਸਾ, ਉਹਦਾ ਨਿਵਾਸ ਕਿਵੇਂ ਹੋਵੇਗਾ? ਭਾਵ ਕਿ ਕਦੇ ਨਹੀਂ ਹੋ ਸਕਦਾ। ਗੱਲ ਕੀ ਕਿ ਭਾਈ ਜਿੰਨਾ ਚਿਕਰ ਤੁਸੀਂ ਦੁਨਿਆਵੀ ਸੁੱਖਾਂ ਦੀ ਚਾਹਤ ਰੱਖੋਗੇ, ਉਨਾ ਚਿਕਰ ਤੁਹਾਨੂੰ ਉਸ ਪਰਮਾਤਮਾ ਦਾ ਦਰਸ਼ਨ ਨਹੀਂ ਹੋ ਸਕਦਾ, ਉਨਾ ਚਿਕਰ ਉਸ ਦਾਤੇ ਦਾ ਨਿਵਾਸ ਤੁਹਾਡੇ ਹਿਰਦੇ ਵਿੱਚ ਨਹੀਂ ਹੋ ਸਕਦਾ। ਹੁਣ ਅੱਗੇ ਭਗਤ ਸਾਹਿਬ ਜੀ ਕਹਿਣ ਲੱਗੇ, ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ। ਕਹਿੰਦੇ ਆਹ ਜਿਹੜੇ ਮਾਇਆ ਦੇ ਸੁੱਖ ਆ ਨਾ, ਮਾਇਆ ਦਾ ਸੁੱਖ ਵੀ ਕੇਵਲ ਮਾਇਆ ਤੋਂ ਸੁੱਖ ਮਿਲ ਜਾਣ, ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ। ਭਾਈ ਇਸ ਮਾਇਆ ਦੇ ਸੁੱਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ ਵਰਗੇ ਦੇਵਤਿਆਂ ਨੇ ਵੀ ਕੰਨਾਂ ਨੂੰ ਹੱਥ ਲਾ ਲਏ ਵੀ ਸਾਨੂੰ ਇਹ ਦੁਨਿਆਵੀ ਸੁੱਖਾਂ ਦੀ ਲੋੜ ਨਹੀਂ, ਸਾਨੂੰ ਇਸ ਮਾਇਆ ਦੇ ਸੁੱਖਾਂ ਦੀ ਲੋੜ ਨਹੀਂ। ਪਰ ਕਹਿਣ ਲੱਗੇ ਵੇਖੋ, ਸੋ ਸੁੱਖ ਹਮ ਹੂੰ ਸਾਚ ਕਰ ਜਾਨਾ। ਕਹਿੰਦੇ ਪਰ ਭਾਈ ਅਸੀਂ ਸੰਸਾਰੀ ਜੀਵਾਂ ਨੇ ਇਹਨਾਂ ਸੁੱਖਾਂ ਨੂੰ ਹੀ ਸੱਚ ਮੰਨ ਕੇ ਬਹਿ ਗਏ। ਅਸੀਂ ਦੁਨਿਆਵੀ ਜਿਹੜੇ ਜੀਵ ਹਾਂ, ਸੰਸਾਰੀ ਜੀਵ ਹਾਂ, ਜਿਨ੍ਹਾਂ ਸੁੱਖਾਂ ਨੂੰ ਦੇਵਤਿਆਂ ਨੇ ਵੀ ਦਰਕਨਾਰ ਕਰ ਦਿੱਤਾ, ਕੰਨਾਂ ਨੂੰ ਹੱਥ ਲਾ ਲਏ ਵੀ ਸਾਨੂੰ ਇਹ ਸੁੱਖਾਂ ਦੀ, ਦੁਨਿਆਵੀ ਸੁੱਖਾਂ ਦੀ, ਧਨ ਕਰਕੇ ਮਾਇਆ ਕਰਕੇ ਮਿਲੇ ਸੁੱਖਾਂ ਦੀ ਲੋੜ ਨਹੀਂ। ਕਹਿੰਦੇ ਸੋ ਸੁੱਖ ਹਮਹੁ ਸਾਚ ਕਰ ਜਾਨਾ। ਭਾਈ ਪਰ ਅਸੀਂ ਜਿਹੜੇ ਸੰਸਾਰੀ ਜੀਵ ਹਾਂ, ਦੁਨਿਆਵੀ ਜੀਵ ਹਾਂ, ਅਸੀਂ ਤਾਂ ਇਸ ਸੁੱਖਾਂ ਨੂੰ ਸੱਚਾ ਕਰਕੇ ਸਮਝ ਬੈਠੇ ਵੀ ਜੋ ਕੁਝ ਹੈ ਇਹਨਾਂ ਸੁੱਖਾਂ ਵਿੱਚ ਹੀ ਮਿਲੇਗਾ। ਅੱਗੇ ਭਗਤ ਸਾਹਿਬ ਜੀ ਨੇ ਇੱਕ ਦੋ ਉਦਾਹਰਨਾਂ ਹੋਰ ਲੈ ਕੇ ਸਮਝਾਉਣਾ ਕੀਤਾ। ਸਨਕਾਦਿਕ ਨਾਰਦ ਮੁਨ ਸੇਖਾ, ਤਿਨ ਵੀ ਤਨ ਮੈਂ ਮਨ ਨਹੀਂ ਪੇਖਾ। ਕਹਿੰਦੇ ਸਨਕਾਦਿਕ ਬ੍ਰਹਮਾ ਦੇ 4 ਪੁੱਤਰ ਹੋਏ ਨੇ, ਉਹਨਾਂ ਦਾ ਨਾਮ ਇੱਥੇ ਲਿਆ ਗਿਆ। ਕਹਿੰਦੇ ਨਾਰਦ ਮੁਨ ਸੇਖਾ, ਬ੍ਰਹਮਾ ਦੇ 4 ਪੁੱਤਰ ਸਨਕ ਆਦਿਕ, ਨਾਰਦ ਵਰਗੇ ਮੁਨੀ ਤੇ ਸੇਖਾ ਸ਼ੇਖਨਾਗ। ਸ਼ੇਸ਼ਨਾਗ ਇਹਨਾਂ ਨੇ ਵੀ ਇਸ ਮਾਇਆ ਸੁੱਖ ਵੱਲ ਸੁਰਤ ਲੱਗੀ ਰਹਿਣ ਦੇ ਕਾਰਨ ਆਪਣੇ ਮਨ ਨੂੰ ਆਪਣੇ ਸਰੀਰ ਵਿੱਚ ਨਾ ਵੇਖਿਆ। ਬੜੀ ਸਮਝਣ ਵਾਲੀ ਗੱਲ। ਸਨਕਾਦਿਕ ਨਾਰਦ ਮੁਨ ਸੇਖਾ, ਤਿਨ ਪੀ ਤਨ ਮੈਂ ਮਨ ਨਹੀਂ ਪੇਖਾ। ਕਹਿਣ ਲੱਗੇ ਭਾਈ ਆ ਬ੍ਰਹਮਾ ਦੇ 4 ਪੁੱਤਰ ਸਨਕ ਸਨਾਦਕ ਆਦਿਕ ਤੇ ਨਾਰਦ ਮੁਨੀ ਵਰਗੇ, ਸ਼ੇਸ਼ਨਾਗ ਵਰਗੇ, ਤਿਨ ਪੀ ਤਨ ਮੈਂ ਮਨ ਨਹੀਂ ਪੇਖਾ। ਕਹਿੰਦੇ ਇਹਨਾਂ ਨੇ ਵੀ ਪਤਾ ਕੀ ਹੋਇਆ, ਇਹਨਾਂ ਨੇ ਵੀ ਮਾਇਆ ਦੇ ਸੁੱਖਾਂ ਦੇ ਵੱਲ ਆਪਣੀ ਸੁਰਤ ਲੱਗੀ ਹੋਣ ਕਰਕੇ ਆਪਣੇ ਮਨ ਨੂੰ ਆਪਣੇ ਸਰੀਰ ਵਿੱਚ ਨਾ ਵੇਖਿਆ। ਭਾਵ ਕਿ ਇਹਨਾਂ ਦਾ ਮਨ ਵੀ ਅੰਤਰ ਆਤਮੇ ਟਿਕਿਆ ਨਾ ਰਹਿ ਸਕਿਆ, ਇਹ ਵੀ ਆਤਮਿਕ ਸੁੱਖ ਦੀ ਭਾਲ ਨਾ ਕਰ ਸਕੇ।
ਅੱਗੇ ਭਗਤ ਸਾਹਿਬ ਜੀ ਕਹਿਣ ਲੱਗੇ, ਇਸ ਮਾਨਕ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸੰਭਾਈ। ਪਿੱਛੇ ਭਗਤ ਸਾਹਿਬ ਜੀ ਨੇ ਇੱਕ ਪੰਕਤੀ ਕਹੀ ਸੀ, ਉਹਦੇ ਵਿੱਚ ਦੱਸਿਆ ਸੀ ਵੀ ਮਨ ਅਸਲ ਵਿੱਚ ਹੈ ਕੀ। ਤੇ ਉਹਨਾਂ ਨੇ ਕਿਹਾ ਸੀ ਕਿ ਭਾਈ ਸਾਡੇ ਜਨਮਾਂ ਜਮਾਤਰਾਂ ਦੇ ਜਿਹੜੇ ਸੰਸਕਾਰਾਂ ਦਾ ਇਕੱਠ ਹੈ, ਉਸ ਸੰਸਕਾਰਾਂ ਦੇ ਇਕੱਠ ਨੂੰ ਮਨ ਕਿਹਾ ਜਾਂਦਾ ਹੈ। ਉਹ ਸੰਸਕਾਰ ਜਿਹੜੇ ਸਾਡੇ ਜਨਮਾਂ ਜਮਾਤਰਾਂ ਦੇ ਹੁੰਦੇ ਨੇ, ਉਹੀ ਚੰਗੇ ਤੇ ਮੰਦੇ ਵਾਲੇ ਪਾਸੇ ਜੋੜਦੇ ਨੇ। ਹੁਣ ਇੱਥੇ ਕਹਿਣ ਲੱਗੇ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਕਹਿਣ ਲੱਗੇ, ਹੇ ਭਾਈ ਕੋਈ ਧਿਰ ਇਸ ਮਨ ਦੀ ਖੋਜ ਕਰੋ ਤੇ ਦੱਸੋ ਵੀ ਹੈ ਕੀ ਹੈ। ਕਹਿੰਦੇ ਖੋਜ ਕਰੋ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਜਾ ਕੇ ਟਿਕਦਾ ਕਿੱਥੇ ਹੈ, ਇਹਦਾ ਟਿਕਾਣਾ ਕਿੱਥੇ ਹੈ, ਇਹ ਮਨ ਜਾਂਦਾ ਕਿੱਥੇ ਹੈ। ਇਹ ਸਵਾਲ ਕਰਕੇ ਭਗਤ ਸਾਹਿਬ ਜੀ ਨੇ ਪੁੱਛਿਆ ਵੀ ਦੱਸਣਾ ਕਰੋ। ਤਾਂ ਅੱਗੇ ਫਿਰ ਜਵਾਬ ਦੇਣ ਲੱਗੇ, ਕਹਿਣ ਲੱਗੇ, ਭਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ, ਭਗਤ ਕੇ ਪ੍ਰੇਮ ਇਨਹੀ ਹੈ ਜਾਨਾ। ਕਹਿੰਦੇ ਜਾਣਿਆ ਜ਼ਰੂਰ, ਪਰ ਕਿਵੇਂ? ਕਹਿੰਦੇ ਸਤਿਗੁਰੂ ਦੀ ਗੁਰ ਪ੍ਰਸਾਦੀ, ਸਤਿਗੁਰੂ ਦੀ ਕਿਰਪਾ ਹੋਈ ਤੇ ਕਿਰਪਾ ਦੇ ਨਾਲ ਜੈ ਦੇਵ ਨਾਮਾ। ਇਹਨਾਂ ਜੈਦੇਵ ਤੇ ਨਾਮਦੇਵ ਜੀ ਵਰਗੇ ਸ਼੍ਰੋਮਣੀ ਭਗਤਾਂ ਨੇ ਹੀ ਭਗਤੀ ਦੇ ਚਾਉ ਨਾਲ ਇਹ ਗੱਲ ਸਮਝ ਕੇ ਤਨ ਛੂਟੇ ਮਨ ਕਹਾਂ ਸਮਾਈ। ਇਹ ਸਮਝਿਆ ਕਿ ਜਦੋਂ ਤਨ ਛੂਟੇ ਮਨ ਕਹਾਂ ਸਮਾਈ, ਭਾਵ ਕਿ ਜਦੋਂ ਸਰੀਰ ਖਤਮ ਹੋਇਆ ਤੇ ਮਨ ਕਿੱਥੇ ਗਿਆ। ਕਹਿੰਦੇ ਇਸ ਗੱਲ ਨੂੰ ਇਹਨਾਂ ਨੇ ਸਮਝਿਆ ਗੁਰੂ ਦੀ ਕਿਰਪਾ ਦੇ ਸਦਕਾ, ਭਗਤੀ ਤੇ ਬੰਦਗੀ ਸਿਮਰਨ ਦੇ ਸਦਕਾ। ਤੇ ਕਹਿਣ ਲੱਗੇ, ਭਾਈ ਜਿਸ ਮਨੁੱਖ ਦੀ ਸੁੱਖਾਂ ਵਾਸਤੇ ਭਟਕਣਾ ਦੂਰ ਹੋ ਗਈ, ਇਸ ਮਨ ਕੋ ਨਹੀਂ ਆਮਣ ਜਾਨਾ। ਕਿਹਦੇ ਵਾਸਤੇ? ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ। ਕਹਿਣ ਲੱਗੇ, ਭਾਈ ਜਿਸ ਮਨੁੱਖ ਦੀ ਸੁੱਖਾਂ ਵਾਸਤੇ, ਦੁਨਿਆਵੀ ਸੁੱਖਾਂ ਵਾਸਤੇ ਭਟਕਣਾ ਦੂਰ ਹੋ ਗਈ, ਉਸ ਨੇ ਪ੍ਰਭੂ ਨੂੰ ਪਛਾਣ ਲਿਆ ਤੇ ਪ੍ਰਭੂ ਨਾਲ ਪਾ ਲਈ ਸਾਂਝ ਉਸ ਅਕਾਲ ਪੁਰਖ ਦਾਤੇ ਦੇ ਨਾਲ। ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੀ ਗੇੜ ਵਿੱਚ ਪੈਣ ਨਹੀਂ ਦਿੰਦਾ। ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਤੇ ਮਰਨ ਦੇ ਗੇੜ ਵਿੱਚ ਪੈਣਾ ਨਹੀਂ ਪੈਂਦਾ। ਭਾਵ ਕਿ ਫਿਰ ਉਹ ਕਦੇ ਜਨਮ ਤੇ ਮਰਨ ਦੇ ਗੇੜ ਵਿੱਚ ਇਸ ਮਨ ਕੋ ਨਹੀਂ ਆਵਣ ਜਾਣਾ, ਆਉਣਾ ਜਾਣਾ ਖਤਮ ਹੋ ਗਿਆ। ਕਿਹਦੇ ਵਾਸਤੇ ਖਤਮ ਹੁੰਦਾ ਹੈ? ਜਿਸ ਕਾ ਭਰਮ ਗਿਆ, ਜਿਹਦਾ ਭਰਮ ਖਤਮ ਹੋ ਗਿਆ। ਤੇ ਭਰਮ ਕਿਵੇਂ ਖਤਮ ਹੋਣਾ ਹੈ? ਇਹ ਸਤਿਗੁਰੂ ਦੀ ਕਿਰਪਾ ਸਦਕਾ ਹੋਵੇਗਾ। ਗੁਰ ਪ੍ਰਸਾਦੀ ਜੈ ਦਿਓ ਨਾਮਾ। ਜੈਦੇਵ ਨੇ ਅਤੇ ਭਗਤ ਨਾਮਦੇਵ ਨੇ ਗੁਰੂ ਦੀ ਕਿਰਪਾ ਕਰਕੇ ਸਮਝ ਲਈ ਗੱਲ ਵੀ ਜਿਹਦਾ ਭਰਮ ਚਲਿਆ ਗਿਆ, ਜਿਹਦੇ ਅੰਦਰੋਂ ਭ੍ਰਾਂਤੀ ਖਤਮ ਹੋ ਗਈ, ਉਹਨੇ ਇਸ ਗੱਲ ਨੂੰ ਸਮਝ ਲਿਆ, ਸੱਚ ਨੂੰ ਮੰਨ ਲਿਆ। ਅੱਗੇ ਕਹਿਣ ਲੱਗੇ, ਇਸ ਮਨ ਕੋ ਰੂਪ ਨਾ ਰੇਖਿਆ ਕਾਈ, ਹੁਕਮੇ ਹੋਇਆ ਹੁਕਮ ਬੂਝ ਸਮਾਈ। ਭਾਈ ਅਸਲ ਵਿੱਚ ਜਿਹੜਾ ਨਾ, ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਚਿੰਨ੍ਹ ਹੈ ਹੀ ਨਹੀਂ। ਇਸ ਮਨ ਕੋ ਰੂਪ ਨਾ ਰੇਖਿਆ ਕਾਈ, ਹੁਕਮੇ ਹੋਇਆ ਹੁਕਮ ਬੂਝ ਸਮਾਈ। ਕਹਿਣ ਲੱਗੇ, ਭਾਈ ਇਹ ਜਿਹੜਾ ਮਨ ਨਾ, ਅਸਲ ਵਿੱਚ ਇਸ ਜੀਵ ਦਾ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਤੋਂ ਵੱਖਰਾ ਕੋਈ ਰੂਪ ਜਾਂ ਚਿੰਨ੍ਹ ਨਹੀਂ ਹੈ। ਭਾਵ ਕਿ ਇਹ ਜੀਵ ਉਸ ਅਕਾਲ ਪੁਰਖ ਦਾ ਹੀ ਰੂਪ ਹੈ ਤੇ ਪ੍ਰਭੂ ਦੇ ਹੁਕਮ ਵਿੱਚ ਹੀ ਇਹ ਵੱਖਰੇ ਸਰੂਪ ਵਾਲਾ ਵੀ ਬਣਿਆ ਹੈ। ਉਸ ਦਾਤੇ ਦਾ ਹੁਕਮ ਹੈ ਤੇ ਉਸ ਦਾਤੇ ਦੀ ਰਜ਼ਾ ਨੂੰ ਸਮਝ ਕੇ ਉਸ ਵਿੱਚ ਲੀਨ ਹੋ ਜਾਂਦਾ ਹੈ। ਹੁਕਮੇ ਹੋਇਆ ਹੁਕਮ ਬੂਝ, ਉਹਦੇ ਹੁਕਮ ਨੂੰ ਸਮਝਿਆ, ਸਮਾਈ ਤੇ ਉਸ ਦਾਤੇ ਵਿੱਚ ਸਮਾ ਜਾਂਦਾ ਹੈ।
इस मन का कोई जाने ਭਿਓ ਇਹ ਮਨ ਲੀਣ ਭਏ ਸੁਖ ਦੇਉ। ਕਹਿੰਦੇ ਭਾਈ ਜੋ ਮਨੁੱਖ ਇਸ ਮਨ ਦੇ ਭੇਦ ਨੂੰ ਜਾਣ ਲੈਂਦਾ ਹੈ, ਇਸ ਮਨ ਕਾ ਕੋਈ ਜਾਣੇ ਭਿਓ, ਭਾਈ ਜਿਹੜਾ ਮਨੁੱਖ ਇਸ ਮਨ ਦੇ ਭੇਦ ਨੂੰ ਲੈਂਦਾ ਜਾਣ, ਉਹ ਇਸ ਮਨ ਦੇ ਰਾਹੀਂ ਹੀ ਅੰਤਰ ਆਤਮੇ ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਫਿਰ ਸਮਝ ਗਏ ਭਗਤ ਸਾਹਿਬ ਜੀ ਕਹਿਣ ਲੱਗੇ ਭਾਈ ਜਿਹੜਾ ਕੋਈ ਇਸ ਮਨ ਕਾ ਕੋਈ ਜਾਣੇ ਪਿਓ, ਜਿਹੜਾ ਮਨੁੱਖ ਭਗਤੀ ਬੰਦਗੀ ਗੁਰੂ ਦੀ ਕਿਰਪਾ ਦੇ ਸਦਕਾ ਇਸ ਮਨ ਦੇ ਭੇਦ ਨੂੰ ਸਮਝ ਲੈਂਦਾ ਹੈ, ਇਹ ਮਨ ਲੀਨ ਭਏ ਸੁਖ ਦੇਉ। ਕਹਿੰਦੇ ਫਿਰ ਉਹ ਇਸ ਮਨ ਦੇ ਰਾਹੀਂ ਹੀ ਅੰਤਰ ਆਤਮੇ ਲੀਨ ਹੋ ਕੇ ਉਸ ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ। ਪਿੱਛੇ ਭਗਤ ਸਾਹਿਬ ਜੀ ਨੇ ਸਮਝਾਇਆ ਸੀ ਵੀ ਮਨ ਨੂੰ ਨਹੀਂ ਮਾਰਨਾ, ਮਨ ਦੀਆਂ ਖਵਾਇਸ਼ਾਂ ਨੂੰ ਮਾਰਨਾ ਹੈ। ਜੇ ਮਨ ਹੀ ਮਰ ਗਿਆ ਤੇ ਫਿਰ ਕੀ ਹੋਵੇਗਾ? ਫਿਰ ਇੱਕ ਤਾਂ ਸ਼ੂਨਿਆ ਅਵਸਥਾ ਵਿੱਚ ਚਲੇ ਜਾਵਾਂਗੇ, ਜਿਹਨੂੰ ਸੁੰਨ ਮਨ ਜੋਗੀਆਂ ਵਾਲੀ ਅਵਸਥਾ ਕਿਹਾ ਜਾਂਦਾ ਹੈ। ਉਹਦਾ ਖੰਡਨ ਕੀਤਾ ਸੀ ਉੱਥੇ ਕਿ ਭਾਈ ਜਿਹੜੇ ਮਨ ਦੀਆਂ ਭੈੜੀਆਂ ਵਾਦੀਆਂ ਉਹਨੂੰ ਮਾਰ, ਇਹ ਮਨ ਹੀ ਤੈਨੂੰ ਪ੍ਰੇਰੇਗਾ ਕਿ ਭਗਤੀ ਸਿਮਰਨ ਵਾਲੇ ਪਾਸੇ ਲੱਗ, ਫਿਰ ਤੂੰ ਸਿਮਰਨ ਕਰ ਸਕਦਾ। ਤਾਂ ਹੁਣ ਕਹਿੰਦੇ ਜਿਹਨੇ ਇਸ ਮਨ ਨੂੰ ਸਮਝ ਲਿਆ ਨਾ, ਇਸ ਭੇਦ ਨੂੰ ਸਮਝ ਲਿਆ, ਉਹ ਇਸ ਮਨ ਦੇ ਰਾਹੀਂ ਅੰਤਰ ਆਤਮੇ ਲੀਨ ਹੋ ਕੇ ਉਸ ਸੁੱਖਾਂ ਦੇ ਘਰ ਪਰਮਾਤਮਾ ਦੇ ਦਾ ਹੀ ਰੂਪ ਹੋ ਜਾਂਦਾ ਹੈ। ਜੀਉ ਏਕ ਆਰ ਸਗਲ ਸਰੀਰਾਂ, ਇਸ ਮਨ ਕਉ ਰਵ ਰਹੇ ਕਬੀਰਾ। ਕਹਿੰਦੇ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਵੇਖੋ, ਜੀਉ ਏਕ ਅਰ ਸਗਲ ਸਰੀਰਾ, ਇਸ ਮਨ ਕੋ ਰਵ ਰਹੇ ਕਬੀਰਾ। ਕਹਿਣ ਲੱਗੇ ਕਬੀਰ ਉਸ ਸਰਬ ਵਿਆਪਕ ਮਨ ਭਾਵ ਕੇ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਮੈਂ ਤਾਂ ਉਸ ਸਰਬ ਵਿਆਪਕ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰ ਰਿਹਾ ਹਾਂ, ਜੋ ਆਪ ਇੱਕ ਹੈ ਪਰ ਸਾਰੇ ਜੀਉ ਏਕ। ਆਪ ਇੱਕ ਹੈ ਅਰ ਸਗਲ ਸਰੀਰਾ, ਪਰ ਸਾਰੇ ਸਰੀਰਾਂ ਦੇ ਵਿੱਚ ਵਿਆਪਕ ਹੈ। ਕਹਿੰਦੇ ਮੈਂ ਤਾਂ ਉਸ ਦਾਤੇ ਦੀ ਭਗਤੀ ਹੀ ਕਰ ਰਿਹਾ ਹਾਂ, ਉਹਦੀ ਭਗਤੀ ਸਿਮਰਨ ਕਾਰਨ ਕਰ ਹੀ ਇਹ ਮਨ ਜਿਹੜਾ ਹੈ ਵਸ ਵਿੱਚ ਆ ਸਕਦਾ ਹੈ। ਗੌੜੀ ਗਵਾਰੇਰੀ ਐਨਸ ਏਕ ਨਾਮ ਜੋ ਜਾਗੇ, ਕੇਤਕ ਸਿੱਧ ਭਏ ਲਿਵ ਲਾਗੇ। ਅੱਗੇ ਭਗਤ ਸਾਹਿਬ ਜੀ ਨੇ ਕਿਰਪਾ ਕੀਤੀ, ਅਗਲਾ ਪਾਵਨ ਸ਼ਬਦ ਭਗਤ ਸਾਹਿਬ ਜੀ ਕਹਿਣ ਲੱਗੇ ਭਾਈ ਐਨਸ ਦਿਨ ਰਾਤ ਏਕ ਨਾਮ ਜੋ ਜਾਗੇ। ਕਹਿਣ ਲੱਗੇ ਕੇਤਕ ਸਿੱਧ ਭਏ ਲਿਵ ਲਾਗੇ। ਕੇਤਕ ਬਈ ਬਥੇਰੇ ਉਹ ਮਨੁੱਖ ਜੀਵਨ ਸਫਰ ਦੀ ਦੌੜ ਵਿੱਚ ਪੁੱਗ ਗਏ, ਪੂਰੇ ਹੋ ਗਏ, ਭਾਵ ਕਿ ਉਹਨਾਂ ਦੀ ਘਾਲ ਕਮਾਈ ਥਾਂ ਪੈ ਗਈ, ਜੋ ਦਿਨ ਰਾਤ ਕੇਵਲ ਤੇ ਕੇਵਲ ਅਕਾਲ ਪੁਰਖ ਦਾ ਨਾਮ ਨੂੰ ਵਿੱਚ ਸੁਚੇਤ ਰਹਿੰਦੇ, ਭਾਵ ਕਿ ਉਸ ਦਾ ਤਾਂ ਸਿਮਰਨ ਕਰਕੇ ਜਾਗਦੇ ਨੇ। ਜਾਗਣ ਤੋਂ ਭਾਵ ਸੁਚੇਤ ਰਹਿਣਾ। ਤੇ ਭਗਤ ਸੇ ਏਕ ਐਨਸ ਏਕ ਨਾਮ, ਇੱਕ ਪਰਮਾਤਮਾ ਦੇ ਨਾਮ ਦੇ ਵਿੱਚ ਦਿਨ ਰਾਤ ਜੁੜ ਕੇ ਚਿੰਤਨ ਕਰਕੇ ਜਿਹੜੇ ਜਾਗੇ, ਜਿਹੜੇ ਚੇਤਨ ਹੋ ਗਏ, ਜਿਹੜੇ ਸੁਚੇਤ ਹੋ ਗਏ, ਕਹਿੰਦੇ ਭਾਈ ਕੇਤਕ ਸਿੱਧ ਭਏ ਲਿਵ ਲਾਗੇ। ਬਥੇਰੇ ਮਨੁੱਖ ਐਸੇ ਨੇ ਜਿਨ੍ਹਾਂ ਨੇ ਆਪਣਾ ਜੀਵਨ ਸਫਲ ਦੇ ਵਿੱਚ ਕਾਮਯਾਬ ਹੋ ਗਏ। ਆ ਜੀਵਨ ਸਫਰ ਦੇ ਵਿੱਚ ਕਾਮਯਾਬ ਹੋਣ ਦੇ ਲਈ ਭਗਤ ਸਾਹਿਬ ਜੀ ਕਹਿਣ ਲੱਗੇ ਉਸ ਦਾਤੇ ਦੇ ਨਾਮ ਨੂੰ ਜਪ ਕੇ ਉਹਦਾ ਸਿਮਰਨ ਕਰਕੇ ਤੇ ਸੁਚੇਤ ਹੋਣਾ, ਭਾਵ ਕੇ ਜਾਗਣਾ ਪਵੇਗਾ। ਤੇ ਜਿਨ੍ਹਾਂ ਨੇ ਨਾਮ ਵਿੱਚ ਸੁਰਤ ਜੋੜੀ ਰੱਖੀ ਉਹ ਸੁਚੇਤ ਹੋਏ, ਤੇ ਜਿਹੜੇ ਸੁਚੇਤ ਹੋਏ ਉਹ ਵਕਾਰਾਂ ਤੋਂ ਬਚੇ। ਜਿਨ੍ਹਾਂ ਨੇ ਵਕਾਰਾਂ ਤੋਂ ਬਚੇ ਉਸ ਦਾਤੇ ਦੇ ਵਿੱਚ ਫਿਰ ਇੱਕ ਮਿਕ ਹੋ ਗਏ। ਅੱਗੇ
साधक सिद्ध सगल मनहारे, एक नाम कल्प तर तारे। कहते भाई साधक सिद्ध सगल मन हारे, योग साधना करने वाले ते योग साधना विच पुगे हुए जोगी, एक हुंदा साधक एक हुंदा साध, एक हुंदा सिद्ध। साधक वो जिहड़ा साधना कर रहा है, सिद्ध वो जिहड़ा साधना करके अपनी मंजिल ते पहुँच चुकिया। ते योग साधना करने वाले ते योग साधना विच पुगे हुए जोगी ते सगल मन सारे मुनि जन लोक हारे। कहते संसार सब तो तारन दे होर वसीले लभ लभ के थक गए। बड़े ढंग लभे भी किवें तरीए जी संसार समुंदर, किवें पार हो सकीए। कहते बड़े तरीके लभण की कोशिश की पर हार गए, थक गए, नहीं लभ सकिया कोई ढंग तरीका। फिर एक नाम कल्प तर तारे। कहते केवल ते केवल एक अकाल पुरख परमेश्वर का नाम ही कल्प रुख है, कल्प तर। कहते जो जीवां का बेड़ा पार कर सकता है। भाई एक ही है, एको ही है जो संसार समुद्र तो पार ला सकता है। वो है उस अकाल पुरख परमेश्वर का नाम जिन्होंने कल्पतर भी कहा गया, कामधेन भी कहा गया। कहते बस वो दाते का नाम ही ऐसा है जिहड़ा इस संसार समुद्र तो जीवां नूं पार लंघा सकता। नहीं तो जोगी, योग साधना करने वाले, साधना करके पुजे हुए जोगी अनेकां मुनि जन लोग हार गए होर तरीके लभ लभ के, पर उस संसार समुद्र तो तर नहीं सके। कहते जे तरना ना तो एको ही ढंग है, वो है उस दाते का नाम। जो हर हारे सो होहे नायाना, कै कबीर राम नाम पछाना। कबीर कहन लग्या जो हर हरे सो होहे ना आना, कै कबीर राम नाम पछाना। कबीर आखदा भाई जो मनुख उस अकाल पुरख दाते दा सिमरन करते ने, उस दाते तो वखरे नहीं रह जाते। जो हर हरे सो होहे ना आना, वो वखरे नहीं रह जाते, उहदे विच लीन हो गए। भाई जेड़े उस दाते का सिमरन करने वाले ने, उस दाते तो वखरे नहीं। फिर वो तो हर हर जन दुई एक है, बेब बचार कश ना है। इदा है वो तो हर हर जन, हरि ते हरि का जन, हरि का परमेश्वर का भगत, दो एक है, एक दोने। बिब बचार कश ना है, कोई भेद नहीं इन्हां विच। किवें जल ते उपज तरंग ज्यों, जिवें पानी विचों लहरां उठियां, चल ही विखे समाहे, ते पानी विच समा गईयां। बस इदा ही है। भगती बंदगी करने वाले जो उस दाते का सिमरन करते हैं, वो कदे भी उस दाते तो वखरे नहीं। ते उन्होंने प्रभु के नाम नूं पछाण लिया, भाव के उस दाते के नाम नाल डूंगी साज बना लई। कहे कबीर राम नाम पछाना। उन्होंने भाई उस राम, उस दाते के नाम नूं पछाणना कीता। डूंगी सांझ पा लई, भाव के परमात्मा का नाम जपण वाले जिहड़े मनुख ने, वो परमात्मा दे नाल एक मिक हो जाते हैं, एक रूप हो जाते हैं। ते परमात्मा का नाम ही मनुख नूं वासना तो बचाउण वाला है, ते होर कोई वसीला नहीं। परमेश्वर का नाम ही मनुख नूं इस संसार समुद्र तो पार लंघाउण वाला है, होर कोई वसीला है नहीं। गौड़ी पी सोरठ पी, रे जी न लाज लाज तो नाही, हर तज कत कहूँ के जाही,
रहाउ जाका ठाकुर ऊंचा होई, सो जन पर घर जात ना सोही। हुण भगत साहब जी ने ना समझाउणा कीता ते ताड़ना बड़ी कीती, शब्द बड़े करड़े वरते। कहन लगे रे जी नलज बेशर्म, लाज तो ही ना ही कहते तेन शर्म नहीं आउंदी। कहते हे बेशर्म मना, ऐ बेशर्म जीव, तेनू शर्म नहीं आउंदी, लाज तो ही ना ही, तेनू लज्जा नहीं आउंदी, तेनू शर्म नहीं आउंदी। कहते जी क्यों? कहते हर तज कत काहू के जाही भलिया, उस रब नू छड्ड के किथे ते किस दे पास तू जाना है। भाव कि उस दाते नू छड्ड के तू होर आसरे लभदा फिरदा, होर आसरे तकदा तू। अगे फिर कहन लगे वेख जाका ठाकुर ऊंचा होई, सो जन पर कर जात ना सोही। कहते हे बना ऐ जीव, जिस मनुख दा मालक वड्डा होवे ना, वो पराए घरां विच जांदा फिर चंगा नहीं लगदा। थोड़ी जी ध्यान नाल मेरी बेनती सुणिओ। किसी चंगे धनाड़ दे घर दे विच कोई नौकर होवे, मन लिओ, छोटी जी उदाहरण लै लैने आपां, चंगी उहनूं सुख सुविधा मिलदी होवे उत्थों, ते फिर भी किसी होर किसी घरां चों जाके मंगे, कहते भाई शर्म आनी चाहिए उन्होंने भी मेरे मालक का रुतबा की है। जिस घर दे विच मैं रहिना वा उस घर दे मालक का रुतबा की है, उसकी स्टेटस की है, तो मैं उन्होंने छड्ड के मैं होर घरां च मंगी जाना। हुण ध्यान नाल सुणिओ सारी गल। धन गुरु ग्रंथ साहिब महाराज जियां ते उत्ते कोई धार्मिक ग्रंथ नहीं, मैं निंदा नहीं करता, मैं गल वो करदा जो सच है। और जो कुछ तेनों इस घर चों मिल सकता सिखा, वो तेनों मिलना भी किते नहीं, पर तेरे अंदर मंगण दी ते झोली च पाउण दी भावना जरूर होवे। जिहड़ा कुछ इत्थों मिलदा ना कितों नहीं मिलना। जाका ठाकुर ऊंचा होई, सो जन पर कर जात ना सोई। चंगे नहीं लगते असीं दूजिਆਂ ਦੇ ਘਰਾਂ ਵਿੱਚ ਜਾਂਦੇ। मेरी बेनती सुन लिओ। दाड़े प्रकाश किए हुण, सिरां ते दस्ताना सजियां हुण, मेरियां बच्चियां मातावां, मेरियां मावां, मेरियां भैणां, सिरां दे उत्ते दुपट्टे सजदे होण, गलां विच गातरे पाए होण, ते जाके पर कर जात ना सोई, ते पर आया घर में जाके मत्थे टेकीए। मेरी बेनती सुनिओ जी। पखंडियां दे जाके गोडे घुट्टिए, सीधी जी गल मैं करा, नहीं चंगे लगते। ये तो एक कविता लिखी कि रब दे पुजारिओ सपोलियां दी सेवा करूं। आ सपोलिए है सारे, आ पखंडी जिहड़े है ना, ਇਹਦੇ ਨਾਲੋਂ ਚੰਗਾ ਦੀਵਾ ਬਾਲੋ ਸ਼ਮਸ਼ਾਨ ਤੇ। ਉਹਦੇ 'ਚ ਇੱਕ ਪੰਕਤੀ ਉਹਨੇ ਲਿਖੀ, ਕਵੀ ਨੇ, ਕਹਿੰਦੇ ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋ। ਆ ਸਰੂਪ ਤੁਹਾਨੂੰ ਸ਼ੇਰਾਂ ਦਾ ਮਿਲਿਆ। ਸਿੰਘ ਦੇ ਅਰਥ ਸ਼ੇਰ ਹੁੰਦਾ ਜੀ, ਕੇਰ ਦੇ ਅਰਥ ਵੀ ਸ਼ੇਰ ਹੁੰਦਾ ਹੈ। ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ੇਰਾਂ ਦਾ ਸਰੂਪ ਦਿੱਤਾ ਹੈ, ਤੇ ਚਾਲ ਭੇਡਾਂ ਵਾਲੀ। ਤੇ ਭੇਡਾਂ ਵਾਲੀ ਚਾਲ ਦਾ ਪਤਾ ਕੀ ਹੁੰਦਾ? ਕਹਿੰਦੇ ਭੇਡ ਚਾਲ ਉਹਨੂੰ ਕਿਹਾ ਜਾਂਦਾ ਹੈ, ਇੱਕ ਗਿਆ ਤੇ ਦੂਜੇ ਨੇ ਵੇਖਣਾ ਨਹੀਂ ਵੀ ਅੱਗੇ ਸੱਚ ਹੈ ਕਿ ਝੂਠਾ, ਦੂਜਾ ਉਹਦੇ ਮਗਰ ਤੁਰ ਪਿਆ। ਇਹ ਭੇਡਾਂ ਦੀ ਆਦਤ ਆ ਨਾ। ਇੱਕ ਭੇਡ ਖੂਹ 'ਚ ਡਿੱਗੇ, ਦੂਜੀਆਂ ਛਾਲਾਂ ਮਾਰ ਦੇਣਗੀਆਂ ਮਗਰ ਉਹ। ਇਹ ਬੜੇ ਵਾਰ ਹੋਇਆ, ਪਿੱਛੇ ਜੇ ਨੇਪਾਲ ਵਿੱਚ ਹੋਇਆ ਇਸ ਤਰ੍ਹਾਂ। ਪਹਾੜ ਬਹੁਤ ਆ ਨਾ ਉੱਥੇ, ਇੱਕ ਭੇਡ ਨੇ ਛਾਲ ਮਾਰਤੀ, ਦੂਜੀਆਂ ਮਗਰ 50-60 ਭੇਡਾਂ ਮਰ ਗਈਆਂ ਉਹਨਾਂ ਦੀਆਂ ਵਿਚਾਰਿਆਂ ਦੀ।
दुनिया की भेड़ा चाल परमार्थ ना जाने, देखो जगत की मूढ़ता। सार किताबरी वाला लिखता है, कहते दुनिया की भेड़ चाल है। उत्थे चार इट्टां खड़ियां करतियां, मैं मत्था टेकता, उन्हें कहने बाबे ने मत्था टेकिया, कोई ना कोई इत्थे ताकत होनी, चार होर जा ठुकणगे उत्थे, पता नहीं हुंदा भी उत्थे है कि नहीं। माफ मैनू करियो, सच है। जिन्नियां भी तुसी, मैं टाश नहीं करता, आ नेड़े नेड़े अपने पिंडां 'च ना कबरां बहुत मैं बड़े वेखियां, खास करके आ सरावां 'च तां बहुत ही ज़्यादा है। किसे नूं इतिहास पुछो इन्हां दा की है, नहीं पता किसी नूं। अलग अलग नां रखे हुए ने, ते उत्थे पता सेवा कौन करते हैं? साडे सिख। हालांकि मुसलमान धर्म दे विच कबर नूं पूजना बिल्कुल भी मनाही है। मुसलमान कदे कबर नूं नहीं पूजेगा, सानू किहड़ा इजाजत है, मनाही है। पर कबरां असीं बना बना मुसलमान दियां पूजी असीं जांदे आ। पुजारी साडे उत्थे दाड़े प्रकाश कीते, उन्हां दे दस्तारां सिरां ते सजाइयां ते हरे चोले पाए होंदे, ते उत्थे बैठे झाड़ू मारी जांदे। ये की है? जागा ठाकर ऊंचा होई सोजन परकर जात न रे जी नलज बेशर्म। लाज तो ना ही शर्म नहीं तैनू, हर तज कत काहू के जाई। उस रब नूं छड्ड के यार तू कित्थे तुरया फिरदा? टाइम हो गया, चलो बेनती करा। भगत साहब जी कहते भी तेनों शर्म आनी चाहिए, रब नूं छड्ड के सुख उतों कितों होरों भाले सुख नहीं मिलना। ते जिहदा मालक उच्चा होवे ना, धनाड़ होवे, ते उहदा नौकर किते दूजे घर में जाके मंगे, ते कहते शर्म वाली गल है, चंगा नहीं लगता। फिर सो साहिब रहा भरपूर सदा संग नाही हर दूर। कहते भाई वेख, वो मालक तो हर थां ही मौजूद है, तेरे नाल है, तेथों दूर नहीं। सदा संग ना ही हर दूर, किन्ना क नेड़े। कह रविदास किन्ना नेड़े, हाथ पै नेड़े, हथ तो भी नेड़े आ उतर, सहजे हुए सोई। अबला चरण शरण है जाके, कऊ जन का नाही करता के। सब को कहे जास की बाता, सो समरथ निज पत है दाता। अगे भगत साहब जी कहन लगे, कबला चरण शरण है जाके। भाई है जिहड़ी लक्ष्मी आ ना, जिहदे चरनां दा आसरा लई बैठी है, भाई दस तू उस प्रभु दे घर फिर किहड़े घर दी किहड़ी चीज़ की कमी है। कहते ये लक्ष्मी जिहड़ी ना, जिस मालक दे घर दा आसरा लई बैठी, तो उहनूं पूजया कर खां। तू लक्ष्मी नूं तो पूजदा है, ते ये जिहड़ी लक्ष्मी कबला, कबला दे अर्थ ने लक्ष्मी चरण शरण है जाके। जिस दाते दी चरण शरण विच ये माया है, लक्ष्मी है। कहो जन ना ही, कहो जन ऐ भाई दस का ना ही करता, की नहीं ਉਹਦੇ घर दे विच किहड़ी शै नहीं, सब कुछ ਉਹਦੇ घर दे विच, फिर ਉਹਦੇ तो मंग, फिर लक्ष्मी तो क्यों मंगी जाना है। सब को कहे जास की बाता, सो समरथ निज पत है दाता। भाई जिस प्रभु दियां वडियाइयां दियां गल्लां हरेक जीव कर रहा है, वो प्रभु सब ताकतां दा मालक है, ते वो साडा सबना दा खसम, ते सारे पदार्थ देण वाला है। सो समरथ निज पत है दाता। निज पत सारियां दा पति, सारियां दा मालक, दाता दाता देण वाला। ते कहे कबीर पूरन जग सोई, जाके हृदय अवर ना होई। अखीर विच भगत साहब जी कहन लगे, कहे कबीर पूरन जग सोई, जाके हृदय अवर ना होई। हुण कौन है? कहते कबीर आखदा भाई संसार विच केवल उही मनुख गुणा वाला है, पूर्ण पूर्ण गुणा वाला है, जिहदे हृदय विच एक अकाल पुरख दाते तो बिना जाके हृदय अवर ना होई। एक अकाल पुरख परमेश्वर तो बिना होर दाता जचदा ही नहीं। कहते भाव के होर जी का कोई आसरा नहीं लेंदा। कहे कबीर पूर्ण जग सोई, जाके हृदय अवर ना होई। कि भाई कबीर ये गल तुहानूं समझाउंदा है, कहंदा है संसार विच केवल ते केवल उही मनुख
ਪੂਰਨ ਗੁਣਾਂ ਵਾਲਾ ਹੈ, ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹੋਰ ਦਾਤਾ ਜਚਦਾ ਨਹੀਂ। ਭਾਵ ਕਿ ਜਿਹੜਾ ਹੋਰ ਕਿਸੇ ਦਾ ਆਸਰਾ ਨਹੀਂ ਲੈਂਦਾ। ਭਾਵ ਕਿ ਉਹ ਅਕਾਲ ਪੁਰਖ ਦਾਤਾ ਸਭ ਜੀਵਾਂ ਨੂੰ ਪਾਲਣ ਵਾਲਾ, ਹਰੇਕ ਦੇ ਅੰਗ ਸੰਗ ਰਹਿਣ ਵਾਲਾ, ਅਤੇ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਟੋਟਾ ਨਹੀਂ, ਉਹਦੇ ਖਜ਼ਾਨੇ ਭਰਪੂਰ ਨੇ। ਅਤੇ ਕਹਿੰਦੇ ਉਸ ਨੂੰ ਵਿਸਾਰ ਕੇ ਕੋਈ ਹੋਰ ਆਸਰਾ ਤੱਕਦਾ, ਕਹਿੰਦਾ ਬੜੀ ਹਾਨਤ ਵਾਲੀ ਗੱਲ ਹੈ। ਉਹਨੂੰ ਵਿਸਾਰੇ ਅਤੇ ਆਸਰੇ ਹੋਰ ਤੱਕੇ, ਕਹਿੰਦੇ ਬੜੀ ਹੀਨਤਾ ਵਾਲੀ ਗੱਲ ਹੈ, ਬੜੀ ਘਟੀਆ ਹਰਕਤ ਹੈ, ਮਾੜੀ ਗੱਲ ਹੈ। ਇਸ ਕਰਕੇ ਭਗਤ ਸਾਹਿਬ ਜੀ ਕਹਿੰਦੇ ਉਸ ਦਾਤੇ ਦੇ ਘਰ ਵਿੱਚ ਸਾਰੇ ਸੁੱਖ ਨੇ। ਇਸ ਕਰਕੇ ਭਾਈ ਤੂੰ ਹੋਰਨਾਂ ਨੂੰ ਛੱਡ ਕੇ ਕੇਵਲ ਅਤੇ ਕੇਵਲ ਉਸ ਦਾਤੇ ਦਾ ਹੀ ਨਾਮ ਜਪਿਆ ਕਰੋ ਜੀ। ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਸਾਧ ਸੰਗਤ ਜੀ, ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਾਧ ਸੰਗਤ ਬਖਸ਼ਣਯੋਗ ਹੋਈਆਂ ਭੁੱਲਾਂ ਨੂੰ ਬਖਸ਼ ਲੈਣਾ ਜੀ। ਆਓ ਆਨੰਦ ਸਾਹਿਬ 6 ਪੌੜੀਆਂ ਦਾ ਜਾਪ ਪ੍ਰੰਤ ਅਰਦਾਸ ਬੇਨਤੀ ਨਾਲ ਜੁੜਨਾ ਹੈ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਂ ਵਡਿਆਈਆਂ। ਸਬਦੂ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ। ਦੂਗ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੂ ਕਿਉ ਮਨੋ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੂ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਏ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ ਹੋਂ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸੌ ਘਰ ਸੁਭਾਗੇ। ਘਰ ਸੁਭਾਗੇ ਸਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਾਂ ਸੁਖ ਹੋਆ, ਪਿਤ ਕਾਰ ਅਨਹਦ। ਵਾਜੇ ਆਨੰਦ ਸੁਣੋ ਵਡ ਭਾਗੀ ਹੋ, ਅਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸਨ ਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਾਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਦੂਰੇ। ਸਲੋਕ ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਾਤ। ਦਿਵਸ ਰਾਤ ਦੁਇ ਦਾਈ ਦਾਇਆ, ਖਿਲਾਏ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚਾਏ ਧਰਮ ਹਦੂਰ। ਕਰਮੀ ਆਪ ਆਪਣੀ,
ਇਹ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਹਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਹਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ